ਸਾਰੇ ਭੈਣ ਭਰਾਵਾਂ ਨੂੰ ਜੈ ਮਸੀਹ ਦੀ। ਅੱਜ ਦੇ ਦਿਨ ਦੇ ਵਚਨ ਦੇ ਲਈ ਅਸੀਂ ਪ੍ਰਭੂ ਦੇ ਅੱਗੇ ਜਾਵਾਂਗੇ ਅਤੇ ਧੰਨਵਾਦ ਕਰਦੇ ਹਾਂ ਕਿ ਪ੍ਰਭੂ ਰੋਜ਼ਮਰਾ ਦੀ ਤਰ੍ਹਾਂ ਸਾਡੇ ਜੀਵਨ ਦੇ ਵਿੱਚ ਆਪਣਾ ਸਾਨੂੰ ਬਲ ਦਿੰਦਾ ਹੈ ਕਿ ਅਸੀਂ ਇਸ ਵਿੱਚ ਉਸ ਦੇ ਨਾਮ ਦੀ ਵਡਿਆਈ ਅਤੇ ਉਸਤਤ ਕਰ ਸਕੀਏ। ਆਓ ਅਸੀਂ ਅੱਜ ਦੇ ਦਿਨ ਦੇ ਵਚਨ ਦੇ ਲਈ ਪ੍ਰਾਰਥਨਾ ਕਰੀਏ। ਦਿਆਲੂ ਕਿਰਪਾਲੂ ਮਿਹਰਬਾਨ ਪ੍ਰੇਮੀ ਪਰਮੇਸ਼ਰ, ਅਸੀਂ ਤੇਰਾ ਧੰਨਵਾਦ, ਤੇਰੀ ਮਹਿਮਾ, ਤੇਰੀ ਵਡਿਆਈ ਕਰਦੇ ਹਾਂ। ਤੂੰ ਰੋਜ਼ਮਰਾ ਦੀ ਤਰ੍ਹਾਂ ਸਾਨੂੰ ਆਪਣਾ ਵਚਨ ਦੇ ਕੇ ਸਾਨੂੰ ਜੀਵੰਤ ਕਰਕੇ ਆਪਣਾ ਜੀਵਨ ਦਿੰਦਾ ਹੈ ਅਤੇ ਆਪਣੀ ਵਡਿਆਈ ਦੇ ਲਈ ਸਾਨੂੰ ਇਸਤੇਮਾਲ ਕਰਦਾ ਹੈ, ਕਿਉਂਕਿ ਤੇਰੀ ਬਾਣੀ ਦੇ ਵਿੱਚ ਪੌਲਸ ਰਸੂਲ ਇਹੋ ਕਹਿੰਦਾ ਹੈ, ਪਰਮੇਸ਼ਰ ਅਸੀਂ ਕਿਤੇ ਵੀ ਜਾਈਏ, ਕਿਤੇ ਵੀ ਹੋਈਏ, ਕਿਤੇ ਵੀ ਰਹੀਏ, ਅਸੀਂ ਤੈਨੂੰ ਪਾਉਂਦੇ ਰਹੀਏ ਔਰ ਤੇਰੀ ਸਾਖੀ ਦਾ ਕਾਰਨ ਬਣੀਏ। ਸੱਚਮੁੱਚ ਤੇਰੇ ਵਚਨਾਂ ਦੇ ਰਾਹੀਂ ਸਾਨੂੰ ਆਪ ਦੇ ਗਵਾਹ ਬਣਨ ਦੇ ਲਈ ਔਰ ਆਪ ਦੀ ਮਹਿਮਾ ਕਰਨ ਦੇ ਲਈ ਸਾਡੀ ਮਦਦ ਕਰ, ਜਿਸ ਦੇ ਨਾਲ ਤੇਰਾ ਆਉਣਾ ਸਾਡੇ ਵਿੱਚ ਜਲਦੀ ਹੋ ਸਕੇ ਅਤੇ ਅਸੀਂ ਤੇਰੇ ਨਾਲ ਵਧਣਾ ਤੇ ਉਠਾਏ ਜਾਈਏ। ਅਜਿਹਾ ਹੋਣ ਦੇ ਲਈ ਸਾਡੀ ਮਦਦ ਕਰ। ਅੱਜ ਦੇ ਵਚਨ ਨੂੰ ਸਮਝਣ ਦੇ ਲਈ ਬੁੱਧ ਗਿਆਨ ਅਤੇ ਸਮਝ ਦੇ, ਬੋਲਣ ਵਾਲੇ ਨੂੰ ਆਪਣੀ ਤੌਫੀਕ ਦੇ, ਸੁਣਨ ਵਾਲਿਆਂ ਦੇ ਕੰਨ ਖੁੱਲੇ ਰੱਖ ਤਾਂ ਕਿ ਉਹ ਸੁਣ ਅਤੇ ਤੇਰੇ ਵਿੱਚ ਜੀਵੰਤ ਹੋ ਕੇ ਤੇਰੇ ਜੀਵੰਤ ਕੰਮ ਕਰਨ। ਅਜਿਹਾ ਹੋਣ ਦੇ ਲਈ ਮਦਦ ਕਰ। ਸਾਰਾ ਆਦਰ ਮਾਨ ਆਪ ਨੂੰ ਦਿੰਦੇ ਹੋਏ ਇਹ ਬੇਨਤੀ ਮੁਕਤੀ ਦਾਤੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਤੇ ਸਮਰਥੀ ਨਾਮ ਚ ਮੰਗਦੇ ਹਾਂ, ਆਮੀਨ। ਪਿਆਰੇ ਅਸੀਸ, ਅੱਜ ਦੇ ਜੋ ਮੈਂ ਵਚਨ ਦਾ ਭਾਗ ਲਿਆ ਹੈ ਉਹ ਲਿਆ ਹੈ ਰੋਮੀਆਂ ਦੀ ਪੁਸਤਕ 6 ਅਧਿਆਏ ਉਸ ਦੀ 23 ਆਇਤ ਵਿੱਚੋਂ। ਇੱਥੇ ਲਿਖਿਆ ਹੈ, ਪਾਪ ਦੀ ਮਜ਼ਦੂਰੀ ਤਾਂ ਮੌਤ ਹੈ, ਪਰ ਪਰਮੇਸ਼ਵਰ ਦੀ ਬਖਸ਼ਿਸ਼ ਮਸੀਹ ਯਿਸੂ ਸਾਡੇ ਪ੍ਰਭੂ ਵਿੱਚ ਸਦੀਪਕ ਜਿਉਣਾ ਹੈ। ਮੈਂ ਜਦੋਂ ਇਸ ਵਚਨ ਨੂੰ ਪੜ੍ਹ ਰਿਹਾ ਸਾਂ ਤਾਂ ਅੱਜ ਦੇ ਹਾਲਾਤਾਂ ਦੇ ਅਨੁਸਾਰ ਇਸ ਵਚਨ ਨੂੰ ਪੜ੍ਹ ਰਿਹਾ ਸਾਂ। ਅੱਜ ਦੇ ਹਾਲਾਤ ਕੋਈ ਚੰਗੇ ਹਾਲਾਤ ਨਹੀਂ ਹਨ। ਅਸੀਂ ਦੇਖਦੇ ਹਾਂ ਕਿ ਇਸ ਮੌਸਮ ਨੇ ਔਰ ਇਸ ਵੇਲੇ ਨੇ ਬਹੁਤ ਸਾਰੇ ਲੋਕਾਂ ਦੀ ਮੌਤ ਦੀ ਹਕੀਕਤ ਦੇ ਬਾਰੇ ਸੋਚਿਆ ਹੈ। ਕਿੰਨੇ ਲੋਕ ਮਰ ਰਹੇ ਆ, ਕਿੰਨੇ ਲੋਕ ਇਸ ਦੁਨੀਆ ਦੇ ਵਿੱਚੋਂ ਕੂਚ ਕਰ ਰਹੇ ਆ। ਅਸੀਂ ਸੋਚਣ ਦੇ ਵਿੱਚ ਮਜਬੂਰ ਹੋ ਰਹੇ ਹਾਂ ਕਿ ਇਸ ਤਰ੍ਹਾਂ ਕਿਉਂ ਹੋ ਰਿਹਾ, ਕੀ ਕਾਰਨ ਹੈ। ਔਰ ਆਦਮ ਦਾ ਹਰ ਇੱਕ ਜੋ ਪੈਦਾ ਹੋਣ ਵਾਲਾ ਉਸ ਤੋਂ ਵਿਅਕਤੀ ਹੈ, ਮਨੁੱਖ ਹੈ, ਉਹ ਪਾਪ ਦੇ ਜਰਾਸੀਮ ਨੂੰ ਲੈ ਕੇ ਆਉਂਦਾ ਹੈ ਅਤੇ ਕੌਮਾਂ ਦੀ ਮੌਤ ਦੀ ਦਰ 100% ਹੈ। ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਅਤੇ ਜੋ ਸਰੀਰਕ ਕਾਰਨ ਹਨ, ਅਸੀਂ ਸਾਰੇ ਮਰ ਜਾਵਾਂਗੇ, ਇਹ ਪੱਕਾ ਹੈ। ਅਸੀਂ ਸਾਰੇ ਮਰ ਜਾਵਾਂਗੇ ਅਤੇ ਇਹ ਇਸ ਲਈ ਹੈ ਕਿ ਸਾਡੀ ਡਿੱਗਦੀ ਨਸਲ ਅਤੇ ਸੰਸਾਰ ਸਾਡੇ ਸਿਰਜਣਹਾਰ ਦੇ ਵਿਰੁੱਧ ਬਗਾਵਤ ਵਿੱਚ ਹੈ। ਅਸੀਂ ਬਗਾਵਤ ਕੀ ਕੀਤੀ ਹੈ? ਪਰਮੇਸ਼ਰ ਦੇ ਵਿਰੁੱਧ ਉਹ ਕੰਮ ਕੀਤੇ ਹੈ ਜਿਹੜੇ ਸਾਨੂੰ ਕਰਨੇ ਯੋਗ ਨਹੀਂ ਹੈ। ਬਾਈਬਲ ਦੇ ਵਿੱਚ ਲਿਖਿਆ ਹੈ ਕਿ ਤੁਸੀਂ ਪਰਮੇਸ਼ਰ ਨੂੰ, ਜਿਹੜਾ ਸਿਰਜਣਹਾਰ ਹੈ, ਉਸ ਨੂੰ ਮੂਰਤਾਂ ਦੇ ਨਾਲ ਵਟਾ ਦਿੱਤਾ ਹੈ। ਮੈਂ ਆਪ ਦੇ ਲਈ ਰੋਮੀਆਂ ਦੀ ਪੁਸਤਕ 1 ਅਧਿਆਏ ਦੇ ਵਿੱਚ ਜਾਣਾ ਚਾਹੁੰਦਾ ਹਾਂ, ਜਿੱਥੇ ਪੌਲਸ ਰਸੂਲ ਇਸ ਸੱਚਾਈ ਨੂੰ ਮੇਰੇ ਅਤੇ ਆਪ ਦੇ ਸਾਹਮਣੇ ਰੱਖਦਾ ਹੈ। ਮੈਂ ਆਪ ਦੇ ਲਈ ਉਹ ਪੜ੍ਹ ਰਿਹਾ ਹਾਂ। ਇੱਥੇ ਲਿਖਿਆ ਹੈ, ਜਿਹੜੇ ਮਨੁੱਖ ਸੱਚਾਈ ਨੂੰ ਕੁਧਰਮ ਨਾਲ ਦਵਾਈ ਰੱਖਦੇ ਹਨ, 1:18 ਤੋਂ ਪੜ੍ਹ ਰਿਹਾ ਹਾਂ, ਉਹਨਾਂ ਦੀ ਸਾਰੀ ਬੇਦੀਨੀ ਅਤੇ ਕੁਧਰਮ ਅਤੇ ਪਰਮੇਸ਼ਰ ਦਾ ਕ੍ਰੋਧ ਆਕਾਸ਼ੋਂ ਪ੍ਰਗਟ ਹੋਇਆ, ਕਿਉਂ ਜੋ ਪਰਮੇਸ਼ਰ ਦੇ ਵਿਖੇ ਜੋ ਕੁਝ ਮਾਲੂਮ ਹੋ ਸਕਦਾ ਹੈ ਸੋ ਉਹਨਾਂ ਵਿੱਚ ਪ੍ਰਕਾਸ਼ ਹੈ। ਇਸ ਲਈ ਜੋ ਪਰਮੇਸ਼ਰ ਨੇ ਉਹਨਾਂ ਉੱਤੇ ਉਸ ਨੂੰ ਪ੍ਰਗਟ ਕੀਤਾ, ਕਿਉਂ ਜੋ ਜਗਤ ਦੇ ਉਤਪਤ ਹੋਣ ਤੋਂ ਉਹਦਾ ਅਣਡਿੱਠ ਸੁਭਾਅ ਅਰਥਾਤ ਉਹਦੀ ਅਨਾਦੀ ਸਮਰੱਥਾ ਅਤੇ ਈਸ਼ਵਰਤਾਈ
ਉਹਦੀ ਰਚਨਾ ਤੋਂ ਚੰਗੀ ਤਰ੍ਹਾਂ ਨਾਲ ਦਿਸ ਪੈਂਦੀ ਹੈ। ਇਸ ਕਰਕੇ ਉਹਨਾਂ ਦੇ ਲਈ ਕੋਈ ਉਜ਼ਰ ਨਹੀਂ, ਮਤਲਬ ਹੁਣ ਉਹਨਾਂ ਲਈ ਕੋਈ ਬਹਾਨਾ ਨਹੀਂ। ਕਾਰਨ ਉਹਨਾਂ ਨੇ ਜਾਣਿਆ, ਕਈ ਵਿਸ਼ਵਾਸੀ ਲੋਕ ਪ੍ਰਭੂ ਨੂੰ ਜਾਣ ਕੇ ਅਜਿਹੇ ਕੰਮ ਕਰਦੇ ਨੇ ਜਿਹੜੇ ਪਰਮੇਸ਼ਵਰ ਨੂੰ ਯੋਗ ਨਹੀਂ। ਪਰਮੇਸ਼ਵਰ ਨੇ ਤਾਂ ਇਨਸਾਨ ਨੂੰ ਬੜਾ ਸਿੱਧਾ ਕਰਕੇ ਬਣਾਇਆ ਸੀ, ਔਰ ਪਰਮੇਸ਼ਵਰ ਨੇ ਇੱਕ ਸਾਦਾ ਹੁਕਮ ਦਿੱਤਾ ਸੀ, ਤੂੰ ਬਾਗ ਦੇ ਕਿਸੇ ਫਲ ਨੂੰ ਨਾ ਖਾਵੀਂ। ਇੱਕ ਬੂਟਾ ਜੋ ਬਾਗ ਦੇ ਵਿਚਕਾਰ ਲੱਗਾ ਹੈ ਉਸ ਦੇ ਫਲ ਨੂੰ ਨਾ ਖਾਵੀਂ, ਪਰ ਉਹ ਉਸ ਦੇ ਵਿੱਚ ਵੀ ਆਗਿਆਕਾਰੀ ਨਾ ਬਣਿਆ ਰਿਹਾ। ਉਹ ਡਿੱਗ ਗਿਆ, ਉਸ ਦੇ ਨਾਲ ਬਾਕੀ ਵੀ ਸਾਰੇ ਡਿੱਗ ਪਏ। ਤੇ ਪਰਮੇਸ਼ਵਰ ਨੇ ਫਿਰ ਉਹਨਾਂ ਦੇ ਵਿੱਚ ਵਿਵਸਥਾ ਰੱਖੀ, ਵਿਵਸਥਾ ਰੱਖ ਕੇ ਕਿਹਾ ਕਿ ਤੁਸੀਂ ਆਪਣਾ ਜੀਵਨ ਇਸ ਦੇ ਅਨੁਸਾਰ ਜੀਓ ਤਾਂ ਤੁਸੀਂ ਜੀਵਨ, ਪਰ ਉਹ ਉਸ ਦੇ ਵਿੱਚ ਵੀ ਟਿਕੇ ਨਾ ਰਹੇ। ਉਹਨਾਂ ਨੇ ਪਹਿਲੇ ਹੁਕਮ ਨੂੰ ਬੜੇ ਬੇਦਰਦੀ ਨਾਲ ਤੋੜਿਆ, ਜਿੱਥੇ ਪਰਮੇਸ਼ਵਰ ਨੇ ਕਿਹਾ ਕਿ ਤੇਰੇ ਸਨਮੁਖ ਮੇਰੇ ਅੱਗੇ ਪਰਾਏ ਦੇਵਤੇ ਨਾ ਹੋਣ। ਉਹਨਾਂ ਨੇ ਉਹਨਾਂ ਦੀ ਉਪਾਸਨਾ ਕੀਤੀ, ਉਹਨਾਂ ਦੇ ਮਗਰ ਗਏ, ਚਾਹੇ ਉਹ ਭੋਗ ਸੀ ਚਾਹੇ ਕੁਛ ਵੀ ਸੀ। ਉਹਨਾਂ ਨੇ ਉਹਨਾਂ ਦੇ ਵਿੱਚ ਜਾ ਕੇ ਭੋਜਨ ਕੀਤੇ। ਪਰਮੇਸ਼ਵਰ ਨੇ ਸਾਫ਼ ਰੀਤੀ ਨਾਲ ਕਿਹਾ ਸੀ ਕਿ ਤੁਸੀਂ ਉਹਨਾਂ ਦੇ ਨਾਲ ਖਾਣਾ ਵੀ ਨਾ ਖਾਣਾ, ਪਰ ਉਹਨਾਂ ਨੇ ਖਾਣਾ ਖਾਧਾ। ਇਸ ਕਰਕੇ ਉਹਨਾਂ ਦੇ ਉੱਤੇ ਪਰਮੇਸ਼ਵਰ ਦਾ ਕ੍ਰੋਧ ਪੂਰੀ ਤਰ੍ਹਾਂ ਨਾਲ ਆ ਪਿਆ ਹੈ। ਔਰ ਇਹ ਕ੍ਰੋਧ ਆਦਮ ਵੰਸ਼ੀਆਂ ਦੇ ਉੱਤੇ, ਚਾਹੇ ਕਿਹੋ ਜਿਹੀ ਵੀ ਕੌਮ ਹੈ, ਕਿੱਦਾਂ ਦੀ ਵੀ ਕੌਮ ਹੈ, ਭਾਵੇਂ ਈਸਾਈ ਹੈ, ਕ੍ਰਿਸਚਨ ਹੈ, ਭਾਵੇਂ ਕੋਈ ਵੀ ਵਰਗ ਦੀ ਕੌਮ ਹੈ, ਉਹਨਾਂ ਸਭਨਾਂ ਦੇ ਉੱਤੇ ਪਰਮੇਸ਼ਵਰ ਦਾ ਕ੍ਰੋਧ ਹੈ। ਕਿਉਂਕਿ ਪਰਮੇਸ਼ਵਰ ਪੱਥਰਾਂ ਅਤੇ ਮੂਰਤਾਂ ਜਾਂ ਅਸੀਂ ਕਿਸੇ ਹੋਰ ਵਿਰਾਸਤ ਦੇ ਵਿੱਚ ਨਹੀਂ ਦੇਖ ਸਕਦੇ। ਬਾਈਬਲ ਦੇ ਵਿੱਚ ਲਿਖਿਆ ਪਰਮੇਸ਼ਵਰ ਜਲ ਉੱਠਣ ਵਾਲਾ ਪਰਮੇਸ਼ਵਰ। ਜਲ ਉੱਠਣ ਵਾਲਾ ਪਰਮੇਸ਼ਵਰ ਦਾ ਮਤਲਬ ਕੀ ਹੈ? ਜਦੋਂ ਪਰਮੇਸ਼ਵਰ ਆਪਣੀ ਭਗਤੀ ਕਿਸੇ ਦੂਸਰੀ ਵਸਤ ਦੇ ਵਿੱਚ ਵੇਖਦਾ ਹੈ ਤਾਂ ਉਹ ਜਲ ਉੱਠਦਾ ਹੈ, ਉਹਦੇ ਅੰਦਰ ਅੱਗ ਲੱਗ ਜਾਂਦੀ ਹੈ। ਤੇ ਆਦਮ ਵੰਸ਼ੀ ਅੱਜ ਵੀ, ਵਿਸ਼ਵਾਸੀ ਵੀ ਅੱਜ ਵੀ ਲੁਕ ਲੁਕ ਕੇ ਕੰਮ ਕਰਦੇ ਆ। ਜਦੋਂ ਇਹ ਕੰਮ ਕਰਦੇ ਆ ਤਾਂ ਪਰਮੇਸ਼ਵਰ ਦਾ ਕ੍ਰੋਧ ਵਿਸ਼ਵਾਸੀਆਂ ਦੇ ਉੱਤੇ, ਅਵਿਸ਼ਵਾਸੀਆਂ ਦੇ ਉੱਤੇ ਤਾਂ ਹੈ ਹੀ ਆ। ਪਰਮੇਸ਼ਵਰ ਨੇ ਵਿਸ਼ਵਾਸੀਆਂ ਨੂੰ ਰਹਿਣਾ ਸਹਿਣਾ ਦੱਸਿਆ ਹੈ ਕਿ ਤੁਸੀਂ ਇਸ ਤਰੀਕੇ ਦੇ ਨਾਲ ਰਹਿਣਾ ਹੈ, ਇਸ ਤਰੀਕੇ ਦੇ ਨਾਲ ਪਰਮੇਸ਼ਵਰ ਦੀ ਭਗਤੀ ਕਰਨੀ ਹੈ, ਔਰ ਇਸ ਤਰੀਕੇ ਦੇ ਨਾਲ ਤੁਸੀਂ ਉਹਦੇ ਅੱਗੇ ਆਉਣਾ ਹੈ। ਪਰ ਵਿਸ਼ਵਾਸੀ ਅੱਜ ਕਿੱਦਾਂ ਪਰਮੇਸ਼ਵਰ ਦੀ ਹਜ਼ੂਰੀ ਵਿੱਚ ਆ ਰਿਹਾ, ਬਣ ਠਣ ਕੇ। ਪਰਮੇਸ਼ਵਰ ਨੇ ਤਾਂ ਸਾਦਗੀ ਦਿੱਤੀ ਸੀ, ਪਰਮੇਸ਼ਵਰ ਦਾ ਪੁੱਤਰ ਸਾਦਗੀ ਦੇ ਨਾਲ ਆਇਆ ਸੀ। ਪਰਮੇਸ਼ਵਰ ਸਾਦਗੀ ਨੂੰ ਪਸੰਦ ਕਰਦਾ ਹੈ, ਭੜਕੀਲੇਪਨ ਨੂੰ ਪਸੰਦ ਨਹੀਂ ਕਰਦਾ। ਯਾਦ ਰੱਖਣਾ ਮੇਰੀ ਗੱਲ ਨੂੰ। ਤੁਸੀਂ ਕੀ ਦੱਸਣਾ ਚਾਹੁੰਦੇ ਹੋ ਆਪਣੇ ਪਹਿਰਾਵੇ ਦੇ ਨਾਲ, ਆਪਣੇ ਸਵਾਰਨ ਦੇ ਨਾਲ? ਕੀ ਦੱਸਣਾ ਚਾਹੁੰਦੇ ਹੋ? ਤੁਸੀਂ ਸਾਦਗੀ ਦੇ ਨਾਲ, ਪਰਮੇਸ਼ਵਰ ਦੀ ਭਗਤੀ ਦੇ ਨਾਲ ਤਿਆਰ ਹੋ ਕੇ ਜਾਓ। ਪਰਮੇਸ਼ਵਰ ਪ੍ਰਵਾਨ ਕਰਦਾ ਹੈ ਔਰ ਡਾਢਾ ਖੁਸ਼ ਹੁੰਦਾ ਹੈ, ਡਾਢਾ ਖੁਸ਼ ਹੁੰਦਾ ਹੈ। ਸਾਡੀਆਂ ਕੀਤੀਆਂ ਕਰਨੀਆਂ ਦੇ ਨਾਲ ਹਰ ਇੱਕ ਮਨੁੱਖ ਦੇ ਵਿੱਚ ਇਹ ਪਾਪ ਦਾ ਜੀਨਸ ਆ ਚੁੱਕਾ ਹੈ, ਔਰ ਇਹ ਜੀਨਸ ਜਿਹੜਾ ਪਾਪ ਦਾ ਉਹਨਾਂ ਦੇ ਵਿੱਚ ਆ ਚੁੱਕਾ ਹੈ, ਇਹ ਮੌਤ ਨੂੰ ਲੈ ਕੇ ਆ ਰਿਹਾ ਹੈ। ਦਿਨ ਪ੍ਰਤੀ ਦਿਨ ਮੌਤ ਆ ਰਹੀ ਹੈ। ਤੁਸੀਂ ਦੇਖੋ ਇਸ ਮੌਸਮ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਮਹਾਮਾਰੀਆਂ, ਤਰ੍ਹਾਂ ਤਰ੍ਹਾਂ ਦੇ ਵਾਇਰਸ ਆ ਰਹੇ ਆ। ਇਹਦਾ ਕਾਰਨ ਕੀ ਹੈ? ਮਨੁੱਖ ਇਹਦਾ ਇਲਾਜ ਨਹੀਂ ਕਰਦਾ, ਪਰਮੇਸ਼ਵਰ ਕੋਲ ਹੀ ਇਸ ਦਾ ਇਲਾਜ ਹੈ। ਹਜੇ ਵੀ ਉਹ ਚੇਤਾਵਨੀਆਂ ਦੇ ਰਿਹਾ, ਹਜੇ ਵੀ ਉਹ ਸਮਝਾ ਰਿਹਾ, ਸਮਝ ਜਾਓ, ਸੰਭਲ ਜਾਓ, ਸੰਭਲ ਜਾਓ। ਪਰ ਅਸੀਂ ਫੇਰ ਉਸੇ ਕੰਮਾਂ ਦੇ ਵਿੱਚ ਲੱਗੇ ਹਾਂ। ਫੇਰ ਸਾਡੇ ਦਿਲਾਂ ਦੇ ਵਿੱਚ ਡਰ ਨਹੀਂ ਆ ਰਿਹਾ ਹੈ, ਪਰ ਮੌਤ ਨੂੰ ਦੇਖ ਕੇ ਜ਼ਰੂਰ ਡਰ ਆ ਰਿਹਾ ਹੈ। ਅਸੀਂ ਮੌਤ ਤੋਂ ਡਰ ਰਹੇ ਹਾਂ, ਪਰ ਉਸ ਰੱਬ ਤੋਂ ਨਹੀਂ ਡਰ ਰਹੇ ਜਿਸ ਨੇ ਮੌਤ ਅਤੇ ਜੀਵਨ ਦਾ ਕਾਰਜ ਕੀਤਾ ਹੈ, ਜਿਸ ਨੇ ਉਸ ਨੂੰ ਰਚਿਆ ਹੈ, ਜਿਸ ਨੇ ਧਰਤੀ ਆਕਾਸ਼ ਨੂੰ ਰਚਿਆ। ਉਹਦੇ ਤੋਂ ਨਹੀਂ ਡਰ ਰਹੇ, ਅਸੀਂ ਮੌਤ ਤੋਂ ਡਰ ਰਹੇ। ਔਰ ਅਸੀਂ ਮੌਤ ਕੀ ਸਮਝਦੇ ਹਾਂ? ਦੂਸਰੀ ਗੱਲ ਵੀ ਮੈਂ ਦੱਸ ਰਿਹਾ, ਮੌਤ ਅਸੀਂ ਸ਼ੈਤਾਨ ਨੂੰ ਸਮਝਦੇ ਹਾਂ। ਸ਼ੈਤਾਨ ਮੌਤ ਨਹੀਂ ਹੈ, ਸ਼ੈਤਾਨ ਨੂੰ ਰਚਣ ਵਾਲਾ ਵੀ ਪਰਮੇਸ਼ਵਰ ਹੈ। ਇੱਕ ਸਵਰਗਦੂਤ ਹੈ ਜਿਹੜਾ ਸਵਰਗੋਂ ਇਸ ਧਰਤੀ ਦੇ ਉੱਤੇ ਸੁੱਟਿਆ ਗਿਆ, ਜਿਸ ਨੇ ਪਰਮੇਸ਼ਵਰ ਦੇ ਰਾਜ ਸਿੰਘਾਸਨ ਦੇ ਉੱਤੇ ਆਪਣੇ ਆਪ ਨੂੰ ਈਗੋ ਦੇ ਵਿੱਚ ਲੈ ਕੇ, ਮਤਲਬ ਕਿ ਉੱਚਾ ਉੱਠਣ ਦੀ ਕੋਸ਼ਿਸ਼, ਘਮੰਡ ਦੇ ਵਿੱਚ ਆਇਆ, ਔਰ ਜਿਹੜਾ ਘਮੰਡ ਚ ਆਇਆ ਉੱਡ ਗਿਆ।
ਅਸੀਂ ਜ਼ਬੂਰ ਵੀ ਗਾਉਂਦੇ ਆ ਨਾ, ਘਮੰਡੀਆਂ ਕੋਲ ਉਹ ਨਹੀਂ ਬਹਿੰਦਾ। ਘਮੰਡ ਵਾਲੇ ਬੰਦੇ ਉਹਦੇ ਕੋਲ ਨਹੀਂ ਜਾ ਸਕਦੇ ਆ। ਕਿਸ ਚੀਜ਼ ਦਾ ਗਰੂਰ ਕਰ ਰਹੇ ਆ? ਜੀਵਨ ਉਹਦਾ ਦਿੱਤਾ ਹੋਇਆ ਹੈ, ਸਾਹ ਉਹਦਾ ਦਿੱਤਾ ਹੋਇਆ ਹੈ, ਇਹ ਬਾੜੀ ਉਹਦੀ ਦਿੱਤੀ ਹੋਈ ਹੈ, ਦੇਖਣ ਦੀ ਸਮਰੱਥਾ ਉਹਦੀ ਦਿੱਤੀ ਹੋਈ ਆ, ਖਾਣ ਦੀ ਅਤੇ ਪਹਿਨਣ ਦੀ ਸਮਰੱਥਾ ਉਹਦੀ ਦਿੱਤੀ। ਕਿਸ ਚੀਜ਼ ਦਾ ਗਰੂਰ ਹੈ ਸਾਡੇ ਵਿੱਚ? ਪਿਆਰੋ, ਹਜੇ ਵੀ ਮੌਕਾ ਹੈ, ਅਜੇ ਵੀ ਮੌਕਾ ਹੈ ਇਸ ਮੌਤ ਤੋਂ ਬਚਣ ਦਾ। ਔਰ ਇਹ ਮੌਤ ਸਾਰੇ ਆਦਮ ਵੰਸ਼ੀਆਂ ਦੇ ਵਿੱਚ ਆਈ ਹੈ। ਆਦਮ ਦਾ ਹਰ ਇੱਕ ਔਲਾਦ ਦੇ ਵਿੱਚ ਪਾਪ ਦੇ ਜਰਾਸੀਮ ਹੈ। ਉਹ ਉਹਨਾਂ ਨੂੰ ਲੈ ਕੇ ਆਉਂਦਾ ਹੈ ਅਤੇ ਕੌਮਾਂ ਦੀ ਮੌਤ ਦੀ ਦਰ ਦਿਨ ਪ੍ਰਤੀ ਦਿਨ 101% ਵਧਦੀ ਜਾ ਰਹੀ ਹੈ। ਇਸ ਪਿਛੋਕੜ ਦੇ ਵਿਰੁੱਧ ਜੀ ਉੱਠਣ ਦਾ ਸ਼ਾਨਦਾਰ ਖਬਰ ਚਮਕਦੀ ਹੈ। ਉਹ ਖਬਰ ਕੀ ਚਮਕਦੀ ਹੈ? ਮੈਂ ਉਹ ਵੀ ਆਪ ਦੇ ਲਈ ਪੜ੍ਹ ਰਿਹਾ ਹਾਂ। ਜਿਹੜੇ ਸਾਡੇ ਭਾਈ ਭੈਣ ਹੈ ਉਹ ਜਰਾ ਇਸ ਗੱਲ ਨੂੰ ਧਿਆਨ ਨਾਲ ਦੇਖਣ। ਯਸ਼ਾਇਆ ਦੀ ਪੁਸਤਕ ਦੇ ਵਿੱਚ ਪਰਮੇਸ਼ਵਰ ਨੇ ਮੇਰੇ ਲਈ ਇਹ ਬੜੀ ਸੁੰਦਰ ਖਬਰ ਦਿੱਤੀ ਹੈ, ਜਿਹੜੀ ਅੱਜ ਦੇ ਦਿਨ ਦੇ ਵਿੱਚ ਲੋਕਾਂ ਦੇ ਵਿੱਚ ਅਸੀਂ ਪ੍ਰਕਾਸ਼ਿਤ ਕਰੀਦੀ ਹੈ। ਇਹ ਕ੍ਰਿਸਮਸ ਦਾ ਹਾਸੋ ਉਲਾਸ ਦਾ ਦਿਨ ਨਹੀਂ, ਇਹ ਪਰਮੇਸ਼ਵਰ ਦੀ ਇਸ ਮੌਤ ਤੋਂ ਬਚਾਉਣ ਦਾ ਇੱਕ ਸਾਨੂੰ ਸੰਦੇਸ਼ ਦਿੱਤਾ ਗਿਆ ਹੈ, ਜਿਹੜਾ ਅਸੀਂ ਸਭਨਾਂ ਕੌਮਾਂ ਦੇ ਵਿੱਚ। ਮੈਂ ਪੜ੍ਹ ਰਿਹਾ ਹਾਂ ਯਸ਼ਾਇਆ 9:2। ਜਿਹੜੇ ਲੋਕ ਹਨੇਰੇ ਵਿੱਚ ਚੱਲਦੇ ਸਨ ਉਹਨਾਂ ਦੇ ਉੱਤੇ ਵੱਡਾ ਚਾਨਣ ਵੇਖਿਆ, ਅਤੇ ਜਿਹੜੇ ਮੌਤ ਦੇ ਸਾਏ ਦੇ ਦੇਸ਼ ਵਿੱਚ ਵਸਦੇ ਸਨ। ਅਸੀਂ ਮੌਤ ਦੇ ਸਾਏ ਦੇ ਦੇਸ਼ ਵਿੱਚ ਵਸ ਰਹੇ ਹਾਂ। ਸਾਡੇ ਕੋਲ ਜੀਵਨ ਨਹੀਂ ਹੈ। ਜੇ ਤੁਸੀਂ ਕਹੋ ਸਾਡੇ ਕੋਲ ਜੀਵਨ ਆ ਲੈ ਭਾਈ ਤੈਨੂੰ ਅਸੀਂ ਜੀਵਨ ਦਿੰਦੇ ਹਾਂ, ਨਹੀਂ, ਮੌਤ ਆਉਣੀ ਹੈ, ਬਚ ਨਹੀਂ ਸਕਦੇ। ਪਰ ਇੱਥੇ ਸਾਨੂੰ ਇੱਕ ਚਾਨਣ ਚਮਕਿਆ ਹੈ। ਕਹਿੰਦਾ ਉਹਨਾਂ ਉੱਤੇ ਚਾਨਣ ਚਮਕਿਆ ਹੈ। ਕਾਹਦਾ ਚਾਨਣ ਚਮਕਿਆ? ਜੀਵਨ ਦਾ ਚਾਨਣ, ਜੀਵਨ ਦਾ ਪ੍ਰਕਾਸ਼, ਜਿਹਦੇ ਵਿੱਚ ਮੌਤ ਨਹੀਂ ਹੁੰਦੀ, ਜਿਹਦੇ ਵਿੱਚ ਮੌਤ ਹੋ ਨਹੀਂ ਸਕਦੀ। ਮੈਂ ਇਸ ਗੱਲ ਨੂੰ ਸਮਝਦਾ ਹਾਂ ਕਿ ਮੌਤ ਪਾਪ ਦੇ ਯੋਗ ਇੱਕ ਮੁਆਵਜ਼ਾ ਹੈ। ਇਹ ਪਰਮੇਸ਼ਵਰ ਵਿਰੁੱਧ ਸਾਡੇ ਅਪਰਾਧ ਦੇ ਲਈ ਅਸੀਂ ਕਮਾਇਆ ਅਤੇ ਇਸ ਦੇ ਹੱਕਦਾਰ ਅਸੀਂ ਹੋਏ। ਇਹ ਸਾਡੀ ਆਪਣੀਆਂ ਕਰਨੀਆਂ ਦੇ ਨਾਲ ਹੋਇਆ ਹੈ। ਪਰ ਸਦੀਪਕ ਜਿਉਣ ਕੁਝ ਅਜਿਹਾ ਨਹੀਂ ਜੋ ਅਸੀਂ ਕਮਾ ਸਕਦੇ ਹਾਂ। ਅਸੀਂ ਸਦੀਪਕ ਜਿਉਣ ਨੂੰ, ਅਮਰਤਾ ਦੇ ਜੀਵਨ ਨੂੰ ਅਸੀਂ ਨਹੀਂ ਕਮਾ ਸਕਦੇ, ਸਾਡੇ ਵਿੱਚ ਯੋਗਤਾ ਨਹੀਂ। ਅਸੀਂ ਪਾਪ ਦੇ ਅੰਸ਼ ਅਤੇ ਪਾਪ ਦੇ ਜੀਣ ਨੂੰ ਲੈ ਕੇ ਚੱਲ ਰਹੇ ਹਾਂ। ਪਰ ਪਾਪ ਦੇ ਜੀਣ ਨੂੰ, ਪਾਪ ਦੇ ਇਸ ਜਿੰਸ ਨੂੰ ਖਤਮ ਕਰਨ ਦੇ ਲਈ ਪਰਮੇਸ਼ਰ ਵੱਲੋਂ ਇੱਕ ਤਿਆਰ ਕੀਤਾ ਹੋਇਆ ਅੱਛਾ ਵੈਕਸੀਨ, ਜਿਹੜਾ ਅਮਰਤਾ ਦਾ ਹੈ, ਜਿਹੜਾ ਜੀਵਨ ਦਾ ਹੈ, ਉਹ ਪਰਮੇਸ਼ਰ ਨੇ ਮੈਨੂੰ ਅਤੇ ਆਪ ਨੂੰ ਦਿੱਤਾ ਹੋਇਆ ਹੈ। ਉਹ ਇਸ ਧਰਤੀ ਦੇ ਜਦੋਂ ਅਸੀਂ ਦੂਸਰਾ ਖੰਡ, ਪਾਪ ਦੀ ਮਜ਼ਦੂਰੀ ਤਾਂ ਮੌਤ ਹੈ, ਪਰ ਇੱਥੇ ਆ ਗਿਆ ਪਰ ਸਾਡੇ ਲਈ ਪਰਮੇਸ਼ਵਰ ਦੀ ਬਖਸ਼ਿਸ਼ ਮਸੀਹ ਯਸੂ ਦੇ ਵਿੱਚ ਸਾਡੇ ਲਈ ਸਦੀਵੀ ਜੀਵਨ। ਇਹਨੂੰ ਅਸੀਂ ਕਮਾ ਨਹੀਂ ਸਕਦੇ ਸੀ, ਇਹਨੂੰ ਅਸੀਂ ਆਪਣੇ ਆਪ ਪਾ ਨਹੀਂ ਸੀ ਸਕਦੇ, ਪਰ ਪਰਮੇਸ਼ਵਰ ਨੇ ਮੇਰੇ ਅਤੇ ਆਪ ਦੇ ਲਈ ਤਿਆਰ ਕੀਤਾ ਹੈ। ਅਸੀਂ ਅਸਹਾਏ ਸੀ, ਅਸੀਂ ਪੈਰਾਲਾਈਜ਼ ਦੀ ਤਰ੍ਹਾਂ ਸੀ। ਕੋਈ ਆਵੇ ਤਾਂ ਸਾਨੂੰ ਆਪਣਾ ਰੋਟੀ ਖਵਾਵੇ, ਕੋਈ ਆਵੇ ਤਾਂ ਸਾਡੀ ਆਪਣਾ ਭਾਲ ਕਰੇ। ਪਰ ਪਰਮੇਸ਼ਵਰ, ਬਾਣੀ ਦੱਸਦੀ ਹੈ, ਦਿਆਲੂ ਅਤੇ ਨਾ ਉਮੀਦ ਦੀ ਕੀਤੀ ਹੋਈ ਬਖਸ਼ਿਸ਼ ਹੈ। ਜਿੱਥੇ ਸਾਡੀ ਉਮੀਦ ਨਹੀਂ ਸੀ ਉੱਥੇ ਉਹਦੀ ਬਖਸ਼ਿਸ਼ ਹੈ। ਇਹ ਬਖਸ਼ਿਸ਼ ਜੋ ਪਰਮੇਸ਼ਰ ਵੱਲੋਂ ਸੀ, ਅਸੀਂ ਸਧਾਰਨ ਯਿਸੂ ਮਸੀਹ ਵਿੱਚ ਨਿਹਚਾ ਦੇ ਰਾਹੀਂ ਪ੍ਰਾਪਤ ਕਰ ਸਕਦੇ। ਸਧਾਰਨ ਇਹ ਬਖਸ਼ਿਸ਼ ਅਸੀਂ ਯਿਸੂ ਮਸੀਹ ਦੇ ਰਾਹੀਂ ਪ੍ਰਾਪਤ ਕਰ ਸਕਦੇ ਹਾਂ। ਪਰਮੇਸ਼ਰ ਦੀ ਬਖਸ਼ਿਸ਼, ਪਰਮੇਸ਼ਰ ਦਾ ਦਾਨ। ਇਸ ਵੇਲੇ ਲੋਕ ਤੋਹਫੇ ਦੇ ਰਹੇ ਆ, ਇਸ ਵੇਲੇ ਲੋਕ ਤੋਹਫਿਆਂ ਦੇ ਆਪਣਾ ਭੰਡਾਰ ਲਾ ਰਹੇ। ਆ ਲਓ ਜੀ ਤੋਹਫਾ, ਆ ਲਓ ਜੀ ਉਪਹਾਰ ਦੇ ਦਿਨ। ਇਹ ਸਭ ਤੋਂ ਵੱਡਾ ਉਪਹਾਰ ਪਰਮੇਸ਼ਰ ਦਾ ਸੀ, ਯਿਸੂ ਮਸੀਹ। ਕਾਹਦੇ ਲਈ? ਮੌਤ ਦੇ ਜਰਾਸੀਮ ਨੂੰ ਰੋਕਣ ਦੇ ਲਈ, ਮੌਤ ਦੇ ਜਰਾਸੀਮ ਤੋਂ ਸਾਨੂੰ ਬਚਾਉਣ ਦੇ ਲਈ ਪਰਮੇਸ਼ਰ ਦਾ ਸਭ ਤੋਂ ਵੱਡਾ ਅਤੇ ਕੀਮਤੀ ਵੈਕਸੀਨ। ਜੇ ਤੁਸੀਂ ਚਾਹੁੰਦੇ ਹੋ ਮੌਤ ਤੋਂ ਬਚਣਾ, ਜੇ ਤੁਸੀਂ ਚਾਹੁੰਦੇ ਹੋ ਮੌਤ ਤੋਂ ਛੁਟਕਾਰਾ, ਜੇ ਤੁਸੀਂ ਚਾਹੁੰਦੇ ਹੋ ਪਾਪ ਦੇ ਬੰਧਨਾਂ ਤੋਂ ਛੁਟਕਾਰਾ, ਪਾਪ ਦੇ ਬੰਧਨਾਂ ਤੋਂ ਨਜ਼ਾਤ,
ਤਾਂ ਅੱਜ ਇਹ ਵੈਕਸੀਨ, ਤਾਂ ਅੱਜ ਇਹ ਪਰਮੇਸ਼ਰ ਦਾ ਕੀਤਾ ਹੋਇਆ ਉਪਰਾਲਾ, ਅੱਜ ਇਹ ਪਰਮੇਸ਼ਰ ਦੀ ਬਖਸ਼ਿਸ਼ ਤੁਹਾਡੇ ਕੋਲ ਹੈ। ਉਹ ਕੀ ਹੈ? ਪ੍ਰਭੂ ਯਿਸੂ ਮਸੀਹ, ਜਿਹੜਾ ਪਾਪਾਂ ਤੋਂ ਬਚਾਉਣ ਦੇ ਲਈ ਇਸ ਦੁਨੀਆ ਦੇ ਵਿੱਚ ਆਇਆ, ਜਿਸ ਦੇ ਬਾਰੇ ਪਰਮੇਸ਼ਵਰ ਨੇ ਆਪਣੇ ਵਚਨ ਦੇ ਵਿੱਚ, ਯੋਹੰਨਾ ਇਸ ਤਰ੍ਹਾਂ ਕਹਿੰਦਾ ਹੈ, ਪਰਮੇਸ਼ਵਰ ਨੇ ਸਾਰੀ ਮਨੁੱਖ ਜਾਤੀ ਦੇ ਨਾਲ ਇੰਨਾ ਪਿਆਰ ਕੀਤਾ ਕਿ ਉਹਨੇ ਆਪਣਾ ਇਕਲੌਤਾ ਪੁੱਤਰ ਪ੍ਰਭੂ ਯਿਸੂ ਮਸੀਹ ਮੇਰੇ ਅਤੇ ਆਪ ਦੇ ਲਈ ਦੇ ਦਿੱਤਾ, ਤਾਂ ਕਿ ਹਰੇਕ ਜੋ ਉਸ ਉੱਤੇ ਨਿਹਚਾ ਕਰੇ, ਵਿਸ਼ਵਾਸ ਕਰੇ, ਉਹ ਬਚਾਇਆ ਜਾਵੇ। ਮੇਰੇ ਪਿਆਰੇ ਅਜ਼ੀਜ਼, ਉਹ ਮੈਨੂੰ ਅਤੇ ਆਪ ਨੂੰ ਬਚਾਉਣ ਦੇ ਲਈ ਇਸ ਦੁਨੀਆ ਦੇ ਵਿੱਚ ਆਇਆ। ਮੈਨੂੰ ਅਤੇ ਆਪ ਨੂੰ ਬਚਾਉਣ ਦੇ ਲਈ, ਉਸ ਪਾਪ ਦੇ ਜਰਾਸਨ ਨੂੰ ਮਾਰਨ ਦੇ ਲਈ ਉਸ ਨੇ ਇੱਕ ਤਸੀਹਾ ਇਸ ਦੁਨੀਆ ਦੇ ਵਿੱਚ ਚੱਲਿਆ। ਮੈਂ ਅੱਖਾਂ ਦੇ ਨਾਲ ਪਾਪ ਕੀਤਾ, ਉਹਨਾਂ ਅੱਖਾਂ ਦੇ ਉੱਤੇ, ਇਸ ਮੂੰਹ ਦੇ ਉੱਤੇ ਘੁਸੁਨੇ ਖਾਦੇ, ਇਸ ਮਸਤਕ ਦੇ ਵਿੱਚ ਮੈਂ ਬੁਰਾ ਸੋਚਿਆ, ਬੁਰਾ ਵਿਚਾਰ ਮੇਰੇ ਮਨ ਦੇ ਵਿੱਚ ਆਇਆ, ਪਾਪ ਪਨਪਦਾ, ਉਸ ਦੇ ਉੱਤੇ ਉਸਨੇ ਕੰਡਿਆਂ ਦਾ ਤਾਜ ਪਾਇਆ। ਇਸ ਮੂੰਹ ਦੇ ਨਾਲ ਬੁਰਾ ਬੋਲਦਾ ਸੀ, ਇਸ ਦੇ ਉੱਤੇ ਥਪੇੜੇ ਉਸਨੇ ਖਾਦੇ। ਇਹਨਾਂ ਹੱਥਾਂ ਦੇ ਨਾਲ ਮੈਂ ਪਾਪ ਕਮਾਉਂਦਾ ਸੀ, ਇਹਨਾਂ ਦੇ ਉੱਤੇ ਉਸਨੇ ਕਿੱਲ ਠਕਵਾ ਲਏ। ਇਹਨਾਂ ਮੋਢਿਆਂ ਦੇ ਉੱਤੇ ਮੈਂ ਭਾਰ ਚੱਕਦਾ ਸੀ, ਉਸ ਦੇ ਉੱਤੇ ਉਹਨੇ ਮੇਰੇ ਲਈ ਸਲੀਬ ਦਾ ਬੋਝ ਚੁੱਕ ਲਿਆ। ਇਹ ਆਸਾਨ ਨਹੀਂ ਸੀ, ਮੇਰੇ ਲਈ ਉਸ ਸ਼ਰਾਪਿਤ ਸਲੀਬ ਨੂੰ ਚੁੱਕ ਲਿਆ। ਇਹਨਾਂ ਪੈਰਾਂ ਨਾਲ ਪਾਪ ਦੇ ਲਈ ਭੱਜਿਆ ਜਾਂਦਾ ਸੀ, ਉਹਦੇ ਉੱਤੇ ਉਹਨੇ ਕਿੱਲ ਠਕਵਾ ਲਏ। ਇਹ ਦਿਲ ਹਮੇਸ਼ਾ ਬੁਰਾਈ ਦੇ ਨਾਲ, ਇਹਦਾ ਕੋਈ ਪਤਾ ਨਹੀਂ, ਕਹਿੰਦਾ ਦਿਲ ਪੁੱਜ ਕੇ ਖਰਾਬ ਹੈ, ਯਰਮਾਇਆ ਕਹਿੰਦਾ ਹੈ, ਉਸ ਦੇ ਉੱਤੇ ਉਸਨੇ ਬੱਖੀ ਦੇ ਵਿੱਚ ਨੀਚਾ ਖਾ ਲਿਆ ਮੇਰੇ ਲਈ। ਇੱਕ ਇੱਕ ਕਰਜ਼, ਇੱਕ ਇੱਕ ਤਸੀਹਾ ਉਸਨੇ ਕਲਵਰੀ ਕਰੂਸ ਦੇ ਉੱਤੇ ਚੱਲਿਆ, ਔਰ ਉਸਨੇ ਸਲੀਬ ਦੇ ਉੱਤੇ ਮੇਰੇ ਅਤੇ ਆਪ ਦੇ ਲਈ ਕਿਹਾ, ਇਸ ਪਾਪ ਦੇ ਜਰਾਸਨ ਨੂੰ ਮਾਰਨ ਦੇ ਲਈ ਕਿਹਾ। ਪਰਮੇਸ਼ਵਰ ਦੇ ਕੇ ਪੂਰਾ ਹੋਇਆ। ਜੇ ਮੈਂ ਨਿਹਚਾ ਕਰਦਾ ਯਿਸੂ ਮਸੀਹ ਦੇ ਉੱਤੇ, ਤਾਂ ਮੈਂ ਇਸ ਮੌਤ ਤੋਂ ਛੁੱਟ ਜਾਂਦਾ ਮੇਰੇ ਭਰਾ ਅਤੇ ਭੈਣ। ਇਹ ਮੌਤ ਦਾ ਫਿਰ ਮੇਰੇ ਉੱਤੇ ਕੋਈ ਵਸ ਨਹੀਂ, ਕਿਉਂਕਿ ਸਰੀਰ ਤਾਂ ਖਤਮ ਹੋਣਾ ਹੈ, ਪਰ ਜਿਹੜੀ ਇੱਕ ਅੰਦਰ ਆਤਮਾ ਪਰਮੇਸ਼ਵਰ ਦੇ ਅੰਸ਼ ਦੇ ਨਾਲ ਪਿਆਸੀ ਹੈ, ਜਿਹੜੀ ਉਹਦੀ ਭੁੱਖੀ ਹੈ ਤਿਆਈ ਹੈ, ਉਹ ਬਚ ਜਾਵੇਗੀ। ਉਹ ਸਦਾ ਦੀ ਮੌਤ ਤੋਂ ਬਚ ਜਾਵੇਗੀ, ਉਸ ਮੌਤ ਤੋਂ ਬਚ ਜਾਵੇਗੀ ਜਿੱਥੇ ਦਾ ਕੀੜਾ ਮਰਦਾ ਨਹੀਂ, ਜਿੱਥੇ ਦੀ ਅੱਗ ਕਦੇ ਬੁਝਦੀ ਨਹੀਂ। ਉਸ ਨਰਕ ਦੀ ਦਹਿਕਦੀ ਹੋਈ ਗੰਧਕ ਦੀ ਅੱਗ ਤੋਂ ਅਸੀਂ ਬਚ ਜਾਵਾਂ। ਉਸ ਪਾਪ ਦੀ ਮਜ਼ਦੂਰੀ ਉਹਨੇ, ਮੇਰੀ ਜਿਹੜੀ ਪਾਪ ਦੀ ਮਜ਼ਦੂਰੀ ਸੀ, ਆਪਣੇ ਉੱਤੇ ਲੈ ਲਈ। ਉਹ ਮੌਤ ਉਹਨੇ ਆਪਣੇ ਉੱਤੇ ਲੈ ਲਈ, ਤੇ ਮੈਨੂੰ ਕੀ ਦੇ ਦਿੱਤਾ? ਜੀਵਨ। ਹੁਣ ਜਿਹੜਾ ਕੋਈ ਉਸ ਉੱਤੇ ਨਿਹਚਾ ਕਰਦਾ ਹੈ, ਉਹ ਕੀ ਪਾਉਂਦਾ ਹੈ? ਸਦਾ ਦਾ ਜੀਵਨ। ਕਿੰਨੀ ਖੁਸ਼ੀ ਦੀ ਗੱਲ ਹੈ। ਜਦੋਂ ਤੁਹਾਨੂੰ ਕੋਈ ਗਿਫਟ ਮਿਲਦਾ ਹੈ ਨਾ, ਗਿਫਟ, ਤਾਂ ਤੁਸੀਂ ਕੀ ਹੁੰਦੇ ਹੋ? ਖੁਸ਼ ਹੁੰਦੇ ਹੋ। ਤੇ ਜੇ ਤੁਹਾਨੂੰ ਪਰਮੇਸ਼ਵਰ ਦਾ ਪੁੱਤਰ ਗਿਫਟ 'ਚ ਮਿਲ ਜਾਏ, ਜਿਹੜਾ ਤੁਹਾਨੂੰ ਜੀਵਨ ਦੇਣ ਵਾਲਾ ਹੈ, ਤਾਂ ਕਿੰਨੀ ਖੁਸ਼ੀ ਦੀ ਗੱਲ ਹੈ। ਇਹ ਮੇਰੇ ਲਈ ਕ੍ਰਿਸਮਸ ਹੈ, ਇਹ ਮੇਰੇ ਲਈ ਪ੍ਰਭੂ ਦੇ ਜਨਮ ਦਾ ਦਿਹਾੜਾ, ਕਿਉਂਕਿ ਮੇਰੇ ਅੰਦਰ ਉਹਦਾ ਜਨਮ ਹੋ ਗਿਆ। ਇਹ ਖੁਸ਼ੀ ਦੀ ਗੱਲ ਹੈ। ਇਹ ਪਰਮੇਸ਼ਵਰ ਦਾ ਬਖਸ਼ਿਸ਼, ਪਰਮੇਸ਼ਵਰ ਨੇ ਮੈਨੂੰ ਉਪਹਾਰ ਦਿੱਤਾ। ਮੈਂ ਹੱਸ ਕੇ ਲੈਣਾ ਹੈ, ਮੈਂ ਖੁਸ਼ੀ ਨਾਲ ਸਵੀਕਾਰ ਕਰਨਾ ਹੈ। ਜੇ ਮੈਂ ਇਹਨੂੰ ਸਵੀਕਾਰ ਕਰ ਲਿਆ ਮੇਰੇ ਭਰਾ ਅਤੇ ਭੈਣ, ਤਾਂ ਮੈਨੂੰ ਜੀਵਨ ਮਿਲ ਗਿਆ। ਮੈਂ ਉਸ ਜੀਵਨ ਨੂੰ ਪ੍ਰਾਪਤ ਕਰ ਲਿਆ, ਔਰ ਉਹ ਜੀਵਨ ਪਰਮੇਸ਼ਵਰ ਨੇ ਮੈਨੂੰ ਦਿੱਤਾ ਹੈ। ਜੇਕਰ ਅਸੀਂ ਇਸ ਤੱਥ ਨੂੰ ਸਵੀਕਾਰ ਕਰੀਏ ਕਿ ਯਿਸੂ ਨੇ ਸਾਡੇ ਪਾਪਾਂ ਦਾ ਭੁਗਤਾਨ ਕਰਨ ਵਾਸਤੇ ਆਪਣਾ ਜੀਵਨ ਦਿੱਤਾ, ਫਿਰ ਉਸ ਪਾਪ ਤੋਂ ਮੁੜੀਏ ਅਤੇ ਉਸ ਦੀ ਅਗਵਾਈ ਅਧੀਨ ਹੋਈਏ, ਅਤੇ ਅਸੀਂ ਮਾਫੀ ਅਤੇ ਜੀਵਨ ਉਸ ਨੂੰ ਹੁਣ ਅਸੀਂ ਜਾਣਨਾ ਹੈ। ਉਸ ਨੂੰ ਹੁਣ ਅਸੀਂ ਜਾਣਨਾ ਅਤੇ ਜਾਣ ਕੇ
ਉਸ ਨੂੰ ਆਪਣੇ ਜੀਵਨ ਦੇ ਵਿੱਚ ਆਪਣਾ ਮੁਕਤੀਦਾਤਾ ਅਪਣਾਉਣਾ ਹੈ। ਜਦੋਂ ਅਸੀਂ ਉਸ ਨੂੰ ਆਪਣਾ ਮੁਕਤੀਦਾਤਾ ਅਪਣਾ ਲੈਂਦੇ ਹਾਂ, ਜਦੋਂ ਉਹ ਸਾਡਾ ਮੁਕਤੀਦਾਤਾ ਬਣ ਜਾਂਦਾ ਹੈ, ਤਾਂ ਮੇਰੇ ਜੀਵਨ ਦਾ ਹਰ ਇੱਕ ਕੰਮ ਉਸ ਦਾ ਹੈ, ਫਿਰ ਮੇਰਾ ਨਹੀਂ। ਮੈਂ ਚੱਲ ਰਿਹਾ ਹਾਂ, ਮੈਂ ਸੋਚ ਰਿਹਾ ਹਾਂ, ਮੈਂ ਬੋਲ ਰਿਹਾ ਹਾਂ, ਮੈਂ ਗਾ ਰਿਹਾ ਹਾਂ, ਮੈਂ ਸੁਣ ਰਿਹਾ, ਸਭ ਕੁਝ ਮਸੀਹ ਯਿਸੂ ਹੈ। ਫਿਰ ਦੁਨੀਆ ਦਾ ਮੇਰੇ ਨਾਲ, ਅੱਜ ਦੁਨੀਆ ਸੰਕਟ ਦੇ ਵਿੱਚ ਕਿਉਂ ਹੈ? ਆਰਥਿਕ ਮੰਦੀ ਵਿੱਚ ਆ ਰਹੀ ਹੈ, ਆਰਥਿਕ ਸੰਕਟ ਆ ਰਹੇ ਹੈ, ਔਰ ਸਾਡੇ ਵਿੱਚ ਬਿਮਾਰੀਆਂ ਆ ਰਹੀਆਂ, ਸਾਡੇ ਵਿੱਚ ਦੁੱਖ ਆ ਰਹੇ ਆ, ਰਿਸ਼ਤੇਦਾਰਾਂ ਦੇ ਕਲੇਸ਼ ਆ ਰਹੇ ਆ। ਕਿਉਂ ਆ ਰਹੇ ਆ ਜਾਣਦੇ ਹੋ? ਕਿਉਂਕਿ ਮਸੀਹੀ ਵਿਸ਼ਵਾਸੀ ਸਰੀਰਕ ਹੋ ਗਏ ਆ। ਮੇਰਾ ਚਾਚਾ ਹੈ, ਮੇਰਾ ਮਾਮਾ ਹੈ, ਮੇਰਾ ਫਲਾਨਾ ਹੈ, ਮੇਰਾ ਚਿਮਕਾ ਹੈ, ਇਹ ਇਹਨਾਂ ਬੰਧਨਾਂ ਦੇ ਵਿੱਚ ਫਸ ਗਏ। ਇਹ ਸ਼ੈਤਾਨ ਦੀ ਬਹੁਤ ਵੱਡੀ ਚਾਲ ਹੈ। ਇਸ ਯੁੱਗ ਦੇ ਵਿੱਚ ਸਾਨੂੰ ਉਹਦੇ ਵਿੱਚ ਪਾ ਕੇ ਪਰਮੇਸ਼ਵਰ ਦੀ ਅਸਲ ਸੰਗਤ ਦੇ ਵਿੱਚੋਂ, ਪਰਮੇਸ਼ਵਰ ਦੇ ਅਸਲ ਭਗਤੀ ਦੇ ਵਿੱਚੋਂ, ਪਰਮੇਸ਼ਵਰ ਦੀ ਅਸਲ ਆਰਾਧਨਾ ਦੇ ਵਿੱਚੋਂ ਸਾਨੂੰ ਅਲੱਗ ਕਰਨਾ ਹੈ। ਅਸੀਂ ਪਰਮੇਸ਼ਵਰ ਦੇ ਵਚਨ ਦੇ ਵਿੱਚ ਨਾ ਜਾਂਦੇ ਹੋਏ ਉਹਨਾਂ ਵੱਲ ਭੱਜਣਾ ਹੈ। ਇਹ ਵਿਸ਼ਵਾਸੀਆਂ ਦੇ ਲਈ ਹੈ। ਜਿਨ੍ਹਾਂ ਨੇ ਮਸੀਹ ਯਿਸੂ ਨੂੰ ਪ੍ਰਾਪਤ ਕਰ ਲਿਆ, ਉਹਨਾਂ ਦੇ ਵਿੱਚ ਵੀ ਕਲੇਸ਼ ਅਤੇ ਪਾਪ ਦੇ ਜੀਣ ਫੇਰ ਮੁੜ ਵਾਪਸ ਆ ਜਾਂਦੇ ਹੈ। ਇਸ ਲਈ ਪਰਮੇਸ਼ਰ ਚਾਹੁੰਦਾ ਹੈ ਕਿ ਤੁਸੀਂ ਸੱਚੇ ਮਨ ਦੇ ਨਾਲ ਪਰਮੇਸ਼ਵਰ ਦਾ ਜੋ ਵਚਨ ਕਹਿੰਦਾ ਹੈ ਉਹਦੀ ਭਗਤੀ ਕਰੋ। ਜੇ ਤੁਸੀਂ ਉਹਦੀ ਭਗਤੀ ਕਰਦੇ ਹੋ, ਜੋ ਪਰਮੇਸ਼ਵਰ ਨੇ ਤੁਹਾਨੂੰ ਦਾਨ ਦਿੱਤਾ ਹੈ, ਗਿਫਟ ਦਿੱਤਾ ਹੈ, ਫਿਰ ਉਹ ਤੁਹਾਨੂੰ ਵਧਾਵੇਗਾ, ਫਿਰ ਉਹ ਤੁਹਾਨੂੰ ਲੈ ਕੇ ਚਲੇ। ਫਿਰ ਤੁਹਾਡੇ ਉੱਤੇ ਨਾ ਆਰਥਿਕ ਸੰਕਟ ਆਏਗਾ, ਫਿਰ ਤੁਹਾਡੇ ਵਿੱਚ ਨਾ ਆਰਥਿਕ ਮੰਦੀ ਆਏਗੀ, ਫਿਰ ਤੁਹਾਡੇ ਵਿੱਚ ਨਾ ਕੋਈ ਬਿਮਾਰੀ ਆਏਗੀ, ਫਿਰ ਤੁਹਾਡੇ ਵਿੱਚ ਕੋਈ ਨਾ ਰਿਸ਼ਤੇਦਾਰ ਜਾਂ ਕੋਈ ਸੰਕਟ ਆਵੇਗਾ। ਪਰਮੇਸ਼ਵਰ ਤੁਹਾਡੀ ਉਹਦੇ ਵਿੱਚ ਹੈਲਪ ਕਰੇਗਾ। ਪਹਿਲੇ ਦੇ ਮਸੀਹਾਂ ਦੇ ਉੱਤੇ ਮੈਂ ਜਦੋਂ ਧਿਆਨ ਕਰਦਾ ਹਾਂ ਤਾਂ ਮੈਨੂੰ ਬਹੁਤ ਆਨੰਦ ਆਉਂਦਾ ਹੈ। ਉਹ ਕਿੱਦਾਂ ਪ੍ਰਭੂ ਦੇ ਪਿੱਛੇ ਦੌੜਦੇ ਸੀ, ਕਿੱਦਾਂ। ਅੱਜ ਦੇ ਮਸੀਹੀ ਜੇ ਉਹਨਾਂ ਨੂੰ ਕਹੀਏ ਭਾਜੀ ਆਪਣਾ ਸੰਗਤ ਦੇ ਵਿੱਚ ਜਾਣਾ, ਭਾਜੀ ਮੈਨੂੰ ਕੰਮ ਹੈ, ਭਾਜੀ ਮੈਂ ਫਲਾਣੇ ਜਗ੍ਹਾ ਤੇ ਜਾਣਾ, ਮੇਰਾ ਰਿਸ਼ਤੇਦਾਰ ਏਦਾਂ ਹੋ ਗਿਆ। ਮੇਰੇ ਪਿਆਰੇ ਅਜ਼ੀਜ਼, ਜਦੋਂ ਪ੍ਰਭੂ ਦਾ ਨਿਆਂ ਆਏਗਾ, ਜਦੋਂ ਪ੍ਰਭੂ ਬਦਲਾਂ ਤੇ ਆਏਗਾ, ਤਾਂ ਉਸ ਵੇਲੇ ਇਹ ਉਜ਼ਰ ਬਹਾਨਾ, ਇੱਥੇ ਮੈਂ ਇਹੀ ਕਹਿਣਾ, ਉਸ ਵੇਲੇ ਸਾਡੇ ਕੋਲ ਕੋਈ ਉਜ਼ਰ ਬਹਾਨਾ ਨਹੀਂ ਰਹੇਗਾ, ਨਹੀਂ ਸੁਣੇਗਾ। ਉਹ 5 ਕੁਵਾਰੀਆਂ ਦਰਵਾਜ਼ਾ ਖਟਖਟਾਉਂਦੀਆਂ ਰਹੀਆਂ। ਇਸ ਬਲੀਵਰ 10 ਹੀ ਬਲੀਵਰ ਸੀ, 10th ਬਲੀਵਰ ਪਰਮੇਸ਼ਵਰ ਦਾ ਇੰਤਜ਼ਾਰ ਕਰ ਰਹੀਆਂ ਸੀ, ਕਦੋਂ ਆਵੇਗਾ ਤੇ ਅਸੀਂ ਉਸ ਦੇ ਨਾਲ ਅੰਦਰ ਜਾਵਾਂਗੇ। ਉਹ ਦੁਲਹੇ ਦੇ ਇੰਤਜ਼ਾਰ 'ਚ ਸੀ, ਪਰ 5 ਤਿਆਰ ਸੀ ਤੇ ਅੰਦਰ ਚਲੇ ਗਈਆਂ। ਕਿੱਦਾਂ ਤਿਆਰ ਸੀ? ਵਚਨ ਦੇ ਨਾਲ। ਉਹ ਉੱਥੇ ਬੈਠੀਆਂ ਰਹੀਆਂ, ਹਿੱਲੀਆਂ। ਉਹਨਾਂ ਨੂੰ ਭਾਵੇਂ ਉਹਨਾਂ ਕੋਲ ਕੁਝ ਵੀ ਸੀ, ਰਿਸ਼ਤੇਦਾਰ ਉਹਨਾਂ ਨੂੰ ਬੁਲਾਉਂਦੇ, ਕੋਈ ਕੁਝ ਬੁਲਾਉਂਦਾ ਸੀ, ਕਿਸੇ ਤਰ੍ਹਾਂ ਦਾ ਉਹਨਾਂ ਦੇ ਵਿੱਚ ਪ੍ਰੋਗਰਾਮ ਆਉਂਦਾ ਸੀ, ਪਰ ਉਹ ਪਰਮੇਸ਼ਵਰ ਦੇ ਵਚਨ ਦੇ ਨਾਲ ਚੰਬੜੀਆਂ ਰਹੀਆਂ ਤੇ ਪਰਮੇਸ਼ਵਰ ਦੇ ਨਾਲ ਉਸ ਦੇ ਰਾਜ ਵਿੱਚ ਪ੍ਰਵੇਸ਼ ਕਰ ਗਈਆਂ। ਮੇਰੇ ਪਿਆਰੇ ਅਜੀਜ਼ ਇਨ ਬਲੀਵਰ, ਉਹਨਾਂ ਦੇ ਲਈ ਮੈਂ ਸੰਦੇਸ਼ ਦਿੰਦਾ ਹਾਂ, ਪਰਮੇਸ਼ਰ ਨੇ ਪਾਪ ਦੀ ਮਜ਼ਦੂਰੀ ਨੂੰ ਚੱਕ ਲਿਆ ਹੈ, ਪਰ ਕੀ ਤੁਸੀਂ ਪਰਮੇਸ਼ਰ ਦੇ ਦਾਨ ਨੂੰ ਆਪਣਾ ਆਦਰ ਦਿੱਤਾ ਹੈ? ਕੀ ਤੁਸੀਂ ਪਰਮੇਸ਼ਵਰ ਦੇ ਦਾਨ ਨੂੰ ਆਪਣੀ ਇੱਜ਼ਤ ਅਤੇ ਸਨਮਾਨ ਅਤੇ ਆਦਰ ਦਿੱਤਾ ਹੈ? ਜੇ ਤੁਸੀਂ ਪਰਮੇਸ਼ਰ ਦੇ ਵਚਨ ਨੂੰ ਪਿਆਰ ਨਹੀਂ ਕਰਦੇ ਹੋ, ਜੇ ਤੁਸੀਂ ਪਰਮੇਸ਼ਰ ਦੇ ਵਚਨ ਦੀ ਸ਼ਾਂਤੀ ਆਪਣੇ ਵਿੱਚ ਨਹੀਂ ਲੈ ਰਹੇ ਹੋ, ਜੇ ਤੁਸੀਂ ਪਰਮੇਸ਼ਰ ਦੇ ਉਸ ਪਿਆਰ ਨੂੰ ਜਿਸ ਨੇ ਆਪਣੀ ਜਾਨ ਕਲਵਰੀ ਕਰੂਸ ਦੇ ਉੱਤੇ ਦਿੱਤੀ, ਉਸ ਦੇ ਪ੍ਰਤੀ ਵਫਾਦਾਰ ਨਹੀਂ ਹੋ, ਤਾਂ ਤੁਹਾਡੇ ਜੀਵਨ ਦੇ ਵਿੱਚ ਜਿਸ ਦਾ ਇਸਰਾਇਲ ਮੁੜਦਾ ਸੀ ਅਤੇ ਉਸ ਦੇ ਉੱਤੇ ਕਸ਼ਟ ਅਤੇ ਕਲੇਸ਼ ਆ ਜਾਂਦਾ ਸੀ, ਉਵੇਂ ਸਾਡੇ ਉੱਤੇ ਵੀ ਹੋਵੇਗਾ। ਇਹ ਨਾ ਸੋਚੋ ਕਿ ਅਸੀਂ ਤੌਬਾ ਕਰ ਲਈ ਹੈ, ਅਸੀਂ ਹੁਣ ਸਾਡੇ ਉੱਤੇ ਸਜ਼ਾ ਦਾ ਹੁਕਮ ਹੱਕ ਨਹੀਂ। ਪਰ ਯਾਦ ਰੱਖਣਾ, 2 ਕਰੰਥੀਆਂ 5 ਅਧਿਆਇ ਉਸ ਦੀ 10 ਆਇਤ ਦੇ ਵਿੱਚ, ਜੋ ਤੁਸੀਂ ਸਰੀਰ ਦੇ ਵਿੱਚ ਕੀਤਾ ਹੈ, ਜੋ ਤੁਸੀਂ ਸਰੀਰ ਦੇ ਵਿੱਚ ਅਤੇ ਸਰੀਰ ਅਤੇ ਆਤਮਾ ਦੇ ਵਿੱਚ ਕੀਤਾ, ਉਹਨਾਂ ਦੋਹਾਂ ਦਾ ਲੇਖਾ ਪਰਮੇਸ਼ਰ ਸਵਰਗ ਦੇ ਆਸਮਾਨ ਦੇ ਉੱਤੇ ਜਿੱਥੇ ਅਸੀਂ ਮਿਲਣਾ ਹੈ ਉੱਥੇ ਲਏਗਾ। ਅਸੀਂ ਬਚ ਨਹੀਂ ਸਕਦੇ ਹਾਂ। He remembers, be careful, ਇਸ ਗੱਲ ਨੂੰ ਯਾਦ ਰੱਖਣਾ। ਪਰਮੇਸ਼ਵਰ ਕਹਿੰਦਾ ਹੈ ਪਾਪ ਦੀ ਮਜ਼ਦੂਰੀ ਮੌਤ, ਪਰ ਪਰਮੇਸ਼ਵਰ ਦੀ ਬਖਸ਼ਿਸ਼ ਮਸੀਹ ਯਸੂ ਦੇ ਵਿੱਚ ਸਦੀਪਕ ਜਿਉ।
ਇਹਦਾ ਮਤਲਬ ਪਾਪ ਤੋਂ ਜੇ ਬਚਣਾ ਹੈ ਤਾਂ ਉਸ ਦੇ ਲਈ ਸਾਡੇ ਕੋਲ ਪਰਮੇਸ਼ਰ ਦਾ ਸਭ ਤੋਂ ਵੱਡਾ ਇੰਤਜ਼ਾਮ ਉਸ ਦਾ ਪਿਆਰਾ ਪੁੱਤਰ ਪ੍ਰਭੂ ਯਿਸੂ ਮਸੀਹ ਹੈ, ਜਿਹਨੇ ਮੇਰੇ ਪਾਪਾਂ ਦਾ ਮੁੱਲ ਕਲਵਰੀ ਕਰੂਸ ਦੇ ਉੱਤੇ ਚੁਕਾ ਦਿੱਤਾ ਹੈ, ਕਰਜ਼ ਚੁਕਾ ਦਿੱਤਾ ਹੈ। ਜੇ ਤੁਸੀਂ ਵਿਸ਼ਵਾਸ ਕਰੋਗੇ ਤਾਂ ਤੁਹਾਡੇ ਅੰਦਰ ਆ ਕੇ ਤੁਹਾਡੇ ਨਾਲ ਸੰਗਤ ਹੀ ਕਰੇਗਾ। ਸਰੀਰ ਨੂੰ ਬਚਾਉਣ ਦੇ ਲਈ ਭੋਜਨ ਦੀ ਸੰਗਤ ਹੀ ਹੈ, ਆਤਮਾ ਨੂੰ ਬਚਾਉਣ ਦੇ ਲਈ ਪਰਮੇਸ਼ਰ ਪੁੱਤਰ ਪ੍ਰਭੂ ਯਿਸੂ ਮਸੀਹ ਦੀ ਸੰਗਤ ਹੈ ਜਿਹੜੀ ਮੈਨੂੰ ਬਚਾ ਸਕਦੀ ਹੈ। ਜੇ ਤੁਸੀਂ ਬਚਣਾ ਚਾਹੁੰਦੇ ਹੋ ਤਾਂ ਉਸ ਨੂੰ ਸੱਚੇ ਦਿਲ ਦੇ ਨਾਲ ਸਵੀਕਾਰ ਕਰਨਾ ਹੈ। ਕੀ ਸਵੀਕਾਰ ਕਰਨਾ ਹੈ? हे ਪ੍ਰਭੂ ਯਿਸੂ, हे ਪਰਮੇਸ਼ਰ, ਮੈਂ ਤੇਰਾ ਧੰਨਵਾਦ ਕਰਦਾ ਕਿ ਜੋ ਤੂੰ ਮੇਰੇ ਲਈ ਇੰਤਜ਼ਾਮ ਕੀਤਾ, ਮੈਂ ਪਾਪੀ ਸਾਂ, ਮੇਰੇ ਪਾਪੀ ਦੇ ਲਈ ਤੂੰ ਆਪਣੇ ਪਿਆਰੇ ਪੁੱਤਰ ਪ੍ਰਭੂ ਯਿਸੂ ਮਸੀਹ ਨੂੰ ਕਾਲਵਰੀ ਕਰੂਸ ਦੇ ਉੱਤੇ ਦੇ ਦਿੱਤਾ। ਮੇਰੇ ਪਾਪ ਦੇ ਲਈ ਉਸਨੇ ਆਪਣੇ ਲਹੂ ਦਾ ਇੱਕ ਇੱਕ ਕਤਰਾ ਬਹਾ ਕੇ ਮੈਨੂੰ ਪਾਪ ਤੋਂ ਸ਼ੁੱਧ ਕਰ ਦਿੱਤਾ। ਮੈਂ ਇਹ ਵਿਸ਼ਵਾਸ ਕਰਦਾ ਹਾਂ ਔਰ ਮੈਂ ਵਿਸ਼ਵਾਸ ਕਰਦਾ ਹਾਂ ਕਿ ਉਸ ਦੇ ਵਿੱਚ ਮੈਨੂੰ ਸਦੀਪਕ ਜਿਉਣ ਮਿਲਿਆ ਹੈ। ਇਹ ਮੇਰਾ ਵਿਸ਼ਵਾਸ ਹੈ। ਹੁਣ ਮੇਰਾ ਜੀਵਨ ਮੇਰਾ ਨਹੀਂ, ਹੁਣ ਤੇਰਾ ਹੈ। ਇਸ ਨੂੰ ਆਪਣੀ ਮਹਿਮਾ ਦੇ ਲਈ ਇਸਤੇਮਾਲ ਕਰ। ਪਿਆਰਿਓ, ਪਰਮੇਸ਼ਰ ਦਾ ਆਤਮਾ ਤੁਹਾਡੇ ਵਿੱਚ ਆ ਜਾਏਗਾ, ਪਾਪ ਪ੍ਰਭੂ ਯਿਸੂ ਮਸੀਹ ਤੁਹਾਡੇ ਵਿੱਚ ਆ ਜਾਏਗਾ ਅਤੇ ਉਹਦੀ ਸੰਗਤ ਤੁਹਾਡੇ ਨਾਲ ਹੋ ਜਾਏਗੀ ਅਤੇ ਉਹਦੀ ਸੰਗਤ ਤੁਹਾਡੇ ਵਿੱਚ ਦਿਨ ਪ੍ਰਤੀ ਦਿਨ ਉन्नत ਦਾ ਕਾਰਨ ਬਣੇਗੀ। ਵਿਸ਼ਵਾਸੀ ਦੇ ਲਈ ਜਿਹੜਾ ਆਤਮਾ ਉਹਦੇ ਵਿੱਚ ਆ ਚੁੱਕਾ ਹੈ, ਉਹਦੇ ਨਾਲ ਚੰਬੜੇ ਰਹੋ, ਉਹਦੇ ਨਾਲ ਲਿਪਟੇ ਰਹੋ ਜਦ ਤੱਕ ਉਹ ਆ ਨਹੀਂ ਜਾਂਦਾ। ਤਦ ਤੁਸੀਂ ਸਵਰਗ ਦਾ ਆਨੰਦ ਆਪਣੇ ਜੀਵਨ ਵਿੱਚ ਉਠਾ ਸਕਦੇ ਹੋ, ਉਸ ਦੇ ਨਿਆਂ ਅਤੇ ਜੱਜਮੈਂਟ ਦੇ ਵਿੱਚ। ਇਸ ਲਈ ਪ੍ਰਭੂ ਆਪ ਨੂੰ ਇਸ ਵਚਨ ਦੇ ਨਾਲ ਬਰਕਤ ਦੇਵੇ। ਉਸ ਪ੍ਰਭੂ ਯਿਸੂ ਮਸੀਹ ਨੂੰ ਸਵੀਕਾਰ ਕਰਨ ਦੇ ਲਈ ਉਸ ਵਿੱਚ ਉਸ ਦਾਨ ਨੂੰ ਪੂਰੀ ਮਜ਼ਬੂਤੀ ਨਾਲ ਫੜ ਕੇ ਚੱਲਣ ਦੇ ਲਈ ਪ੍ਰਭੂ ਉਸ ਦੀ ਆਮਦ ਤੱਕ ਆਪ ਸਭ ਦੀ ਮਦਦ ਕਰੇ। ਜੈ ਮਸੀਹ ਦੀ। ਮਾਰਾਨਾਥਾ।